अस्सलाम वालेकुम दोस्तों, मैं तुहाडा मेज़बान मियाँ मुहम्मद अफजल भट्टू ते तुसीं वेख रहे हो मेरा यूट्यूब चैनल डिजिटल किसान पाकिस्तान। ये वीडियो जनाब स्पैशली किसान आटोज़ एंड ट्रैक्टर पार्ट्स फेसबुक पेज ਨੂੰ ਵੀ ਟੈਗ है। तो दोस्तों ਅੱਜ ਦੀ ਆਪਣੀ ਵੀਡੀਓ ਹੈ ਸਾਡੇ ਖੱਬੀ ਸਾਈਡ ਤੇ ਪਿੱਛੇ ਤੁਸੀਂ ਵੇਖ ਸਕਦੇ ਹੋ ਮਸ਼ੀਨ ਚੱਲਦੀ ਵੀ 80-70 ਉਹਦੀ ਤੁਹਾਨੂੰ ਪਰਫਾਰਮੈਂਸ ਵੀ ਵਿਖਾਣੇ ਹੈ। ਤੇ ਸਭ ਤੋਂ ਜਿਹੜੀ ਇੰਪੋਰਟਡ ਹੈ ਉਹ ਗੱਲ ਹੈਗੀ ਜਨਾਬ ਰਾਤੀ ਜਿਹੜਾ ਡੀਜ਼ਲ ਹੈ ਨਾ ਉਹ ਤਕਰੀਬਨ ਹੁਕੂਮਤ ਨੇ 5 ਰੁਪਏ ਵਧਾ ਦਿੱਤਾ ਹੈ ਤੇ ਪੈਟਰੋਲ ਵੀ ਵਧਾ ਦਿੱਤਾ ਹੈ। ਪੈਟਰੋਲ ਦਾ ਪੂਰੇ ਪਾਕਿਸਤਾਨ 'ਤੇ ਅਸਰ ਪਵੇਗਾ ਤੇ ਡੀਜ਼ਲ ਦਾ ਖਾਸ ਕਰਕੇ ਅਸਰ ਪਵੇਗਾ ਤੇ ਇਹਦਾ ਅਸਰ ਜਿਹੜਾ ਡਾਇਰੈਕਟ ਹੈ ਨਾ ਉਹ ਪੈਣਾ ਹੈ ਜ਼ਮੀਂਦਾਰਾਂ ਤੇ। ਤੇ ਸਾਡੇ ਨਾਲ ਕਿਸਾਨ ਭਾਈ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੀ ਹੈ। ਜਿਸ ਤਰੀਕੇ ਖਾਦਾਂ ਦੀ ਕੀਮਤਾਂ ਅਸਮਾਨ ਤੇ ਪਹੁੰਚ ਚੁੱਕੀਆਂ ਨੇ ਉਸੇ ਤਰ੍ਹਾਂ ਡੀਜ਼ਲ ਵੀ ਉਸ ਹਿਸਾਬ ਨਾਲ ਚੱਲ ਪਿਆ ਹੈ। ਤੇ ਆਓ ਗੱਲ ਕਰਨੇ ਆ ਵੀ ਇਹ ਕੀ ਸਾਨੂੰ ਦੱਸਦੇ ਨੇ ਵੀ ਕਿੰਨਾ ਕੁ ਇਹਨਾਂ ਨੂੰ ਨਫਾ ਨੁਕਸਾਨ ਹੋਵੇਗਾ। ਆਓ ਚਲੀਏ ਜੀ ਗੱਲ ਕਰੀਏ। अस्सलाम वालेकुम जी। भाईजान की नाम ਤੁਹਾਡਾ? ਆਗਨਵਾਜ਼ ਭਾਈ ਕਿੰਨੇ ਅਰਸੇ ਤੋਂ ਖੇਤੀਬਾੜੀ ਕਰਦੇ ਪਏ ਜੇ? ਅਸੀਂ ਕਰਦੇ ਪਏ ਕੋ 15 ਸਾਲਾਂ ਤੋਂ। 15 ਸਾਲਾਂ ਤੋਂ ਕਰ ਰਹੇ ਜੇ। ਤੇ ਤੁਸੀਂ ਮੈਨੂੰ ਦੱਸੋ ਵੀ ਆ ਜਿਹੜੀ ਹਾਈਬ੍ਰਿਡ ਤੁਸੀਂ ਕਟਾਈ ਕਰਵਾਉਂਦੇ ਪਏ ਜੇ ਇਸ ਮੁੰਜੀ ਦਾ ਕਿੰਨਾ ਕੁ ਰੇਟ ਚੱਲਦਾ ਪਿਆ ਹੈ? ਇਹਦਾ 1000 ਤੋਂ ਲੈ ਕੇ 1500 ਤੱਕ ਹੈ, 50 ਤੱਕ ਹੈ। ਅੱਛਾ, ਇੱਥੋਂ ਚੁੱਕ ਲੈ ਜਾਵਣਗੇ ਜਾਂ ਮੰਡੀ 'ਚ ਲਿਜਾਣੇ ਪਵੇਗਾ? ਮੰਡੀ ਤੇ ਸਕਦੇ ਪਏ ਤੇ ਇੱਥੋਂ ਖਰੀਦਣ ਤੇ ਉਹ ਹੋਰ ਵੀ ਕੋਈ ਨਾ ਆਉਂਦਾ ਪਤਾ ਨਹੀਂ ਆਪਾਂ ਤੇ ਇੱਥੇ ਵੇਚਣੇ। ਅੱਛਾ, ਇਹ ਤੁਸੀਂ ਦੱਸੋ ਮੰਡੀ ਤੇ ਜਦੋਂ ਜਾਂਦੇ ਹੈ ਇਹ ਤੁਹਾਡੇ ਕਿਹੜੇ ਸ਼ਹਿਰ ਲੈ ਜਾਂਦੇ ਨੇ? ਹਵੇਲੀ ਲੱਖਾ। ਉੱਥੇ ਓਪਨ ਬੋਲੀ ਹੁੰਦੀ ਹੈ ਜਾਂ ਕੰਨ ਵਿੱਚ ਫੂਕਾ ਮਾਰਦੇ ਨੇ? ਕੰਨ ਵਿੱਚ ਫੂਕਾ ਮਾਰਦੇ। ਤੇ ਤੁਹਾਨੂੰ ਪਤਾ ਚੱਲ ਜਾਂਦਾ ਵੀ ਕੀ ਰੇਟ ਵਿਕੀ ਹੈ? ਸੰਦ ਕਿ ਲੱਗਦਾ ਤੋ ਲੱਗਦਾ ਉਹਦੇ 10 ਦਿਨ ਵਿਆਹ ਰੇਟ ਦਾ ਆਪਣਾ ਹੋ ਗਿਆ ਸੌਦਾ। ਇਸ ਹਿਸਾਬ ਨਾਲ ਸਾਡਾ ਸੌਦਾ ਹੋਇਆ ਹੈ। ਉਨੀ ਦੇਰ ਕੋਈ ਪਤਾ ਨਹੀਂ ਚੱਲਦਾ। ਤੇ ਕਟੌਤੀ ਕਿੰਨੀ ਕਰਦੇ ਨੇ, ਕਿੰਨੇ ਪਰਸੈਂਟ ਕੱਟਦੇ ਨੇ? 4% ਕਰਦੇ 100 ਮਗਰੋਂ? ਹਾਂਜੀ, ਮਤਲਬ 100 ਮਗਰੋਂ 4 ਰੁਪਏ ਉਹਨਾਂ ਲੈ ਲੈਣੇ ਨੇ। ਹਾਂਜੀ। ਅੱਛਾ, ਠੀਕ ਹੋ ਗਿਆ। ਤੇ ਆ ਰਾਤ ਨੂੰ ਹੋ ਗਿਆ ਡੀਜ਼ਲ ਤੇ ਪੈਟਰੋਲ ਮਹਿੰਗਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਜੇ ਜ਼ਿਮੀਂਦਾਰ ਨੂੰ ਨੁਕਸਾਨ ਹੀ ਹੈ, ਹੋਰ ਕੀ ਕਹੇ ਸੀ ਤਾਂ ਨੇ ਪਹਿਲਾਂ ਕਰੇ ਤੇ ਰੇਟ ਇਹਦਾ ਘੱਟ ਹੋਵੇ ਤਾਂ ਉਤੋਂ ਦੇ ਬਜਾਏ ਵੱਧਦਾ ਹੀ ਹੈ ਰੇਟ ਹੁੰਦਾ। ਨੁਕਸਾਨ ਹੈ ਇਹਦੇ ਵਿੱਚ ਜ਼ਿਮੀਂਦਾਰ ਦਾ ਨੁਕਸਾਨ। ਕਟਾਈ ਅੱਗੇ ਹੈਗੀ ਆ 3000 ਰੁਪਈਆ, ਹੁਣ ਡੀਜ਼ਲ ਵੱਧ ਗਿਆ, ਹੁਣ ਹੋ ਸਕਦਾ ਵੀ ਮਸ਼ੀਨਾਂ ਵੀ 100-200 ਉਹਨਾਂ ਵੀ ਵਧਾ ਦੇਣਾ ਹੈ। ਉਹਨਾਂ ਵੀ ਬਤਾ ਦੇਣਾ, ਮਤਲਬ ਵੀ ਡਾਇਰੈਕਟ ਜਿਹੜਾ ਨੁਕਸਾਨ ਜ਼ਿਮੀਂਦਾਰਾਂ ਨੂੰ ਹੀ ਹੈ। ਹਾਂਜੀ ਬਿਲਕੁਲ, ਜ਼ਿਮੀਂਦਾਰਾਂ ਨੂੰ ਕਿ ਖਾਦ ਹੈ, ਖਾਦ 2300 ਤੂੰ ਤਾਂ ਵੱਧੀ ਹੁਣ ਹੋ ਗਈ ਹੈ ਜੀ 7000 ਤੋਂ ਹੋਈ ਖੜੀ ਹੈ। ਇਹ ਡੀਏਪੀ ਦੀ ਗੱਲ ਕਰ ਰਹੇ ਹੋ? ਡੀਏਪੀ ਦੀ ਗੱਲ ਕਰਦੇ। ਅੱਛਾ। ਤੇ ਕਿਹੜੀ ਹੈ ਯੂਰੀਆ ਉਹ 1720 30 40 ਤੱਕ ਇੰਨੇ ਤੱਕ ਖੜੀ ਹੈ, ਉਹ ਬੜੇ ਅਰਸੇ ਦੀ ਇੱਥੇ ਖੜੀ ਹੈ ਤੇ ਇਹ ਵਧੀ ਜਾਂਦੀ ਹੈ 6 ਮਹੀਨਿਆਂ ਦੇ ਵਿੱਚ ਜਿਹੜਾ ਹੈ 3500 ਰੁਪਇਆ ਵੱਧ ਗਈ ਹੈ। ਇਹ ਤੁਸੀਂ ਆਲੂ ਬੀਜਦੇ ਨੇ ਹਰ ਸਾਲ ਤੇ ਇਸ ਵਾਰ ਵੀ ਤਿਆਰੀ ਹੈ ਆਲੂਆਂ ਦੀ? ਹਾਂਜੀ ਇਸ ਵਾਰ ਵੀ ਹੈ। ਤੇ ਖਾਦ ਦਾ ਕੀ ਅਸਰ ਪਵੇਗਾ ਤੁਹਾਡੇ ਤੇ? ਖਾਦ ਦਾ ਅਸਰ ਤਾਂ ਬਿਲਕੁਲ ਅਸਰ ਹੀ ਅਸਰ ਹੈ ਵੀ ਸਾਡੇ ਤੋਂ ਸਾਡੀ 6-7 ਕਿੱਲੇ ਜ਼ਮੀਨ ਬਣੀ ਪਈ ਹੈ। ਅੱਛਾ। ਸਾਨੂੰ ਉਹ ਕੋਈ ਨਹੀਂ ਮਾਲੂਮ ਹੁੰਦਾ ਵੀ ਅਸੀਂ ਉਹਦੇ ਖਾਦ ਲੈ ਜਾਓ। 6 ਕਿੱਲੇ ਸਾਡੀ ਜ਼ਮੀਨ ਤਿਆਰ ਹੈ, 3 ਬੋਰੇ ਦੇ ਹਿਸਾਬ ਨਾਲ ਸਾਡੀ 1,30,000 ਰੁਪਏ ਦੀ ਖਾਦ ਬਣਦੀ ਹੈ। ਖਾਲੀ ਡੀਏਪੀ? ਖਾਲੀ ਡੀਏਪੀ ਵਾਹ ਵੱਖਰੀ ਰਹੇਗੀ, ਬਾਕੀ ਟਰੈਕਟਰਾਂ ਦੇ ਖਰਚੇ ਮਰਜੇ ਤੇ ਇਸ ਤਰੀਕੇ ਉਹ ਕੰਮ ਉਹ ਵੱਖਰਾ ਲਈ। ਇਹ ਨੁਕਸਾਨ ਹੈ ਜੀ। ਅਸੀਂ ਤਾਂ ਨੇ ਵੀ ਵੱਧ ਤੋਂ ਵੱਧ 2500 ਤੇ ਡੀਏਪੀ ਹੋਣੀ ਚਾਹੀਦੀ ਹੈ ਤੇ 1200 ਤੇ ਯੂਰੀਆ ਹੋਣੀ ਚਾਹੀਦੀ। ਉਹਨਾਂ ਦੀ ਇਮਰਾਨ ਖਾਨ ਦੀ ਮਿਹਰਬਾਨੀ ਹੈ ਇਸ ਤਰੀਕੇ ਕਰ ਦੇਵੇ। ਇਹ ਜਦੋਂ ਤੁਸੀਂ ਜਦੋਂ ਸ਼ਹਿਰ ਖਾਦ ਲਮਣ ਜਾਂਦੇ ਨੇ ਦੁਕਾਨਦਾਰ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਬਸ ਰਾਤੀ 200 ਪੈ ਗਿਆ ਸਾਦੀ ਦਾ ਉਹਦਾ ਵੀ ਐਵੇਂ ਸੁਣਨ ਲੱਗਿਆ ਕੱਲ 200 ਪੈ ਗਿਆ, ਇੱਕ ਪਰਸੋਂ ਆ ਰੇਟ ਤੇ ਰਾਤੀ ਆ 200 ਰੁਪਇਆ ਬੋਰੀ ਨੂੰ ਪੈ ਗਿਆ। ਅੱਛਾ ਅੱਛਾ, ਸ਼ਹਿਰ ਗਏ ਨੇ ਤੇ ਫਿਰ ਦੁਬਾਰਾ ਮਜ਼ੀਦ ਕੀ ਕਹਿੰਦੇ ਨੇ ਦੁਕਾਨਦਾਰ? ਮਜ਼ੀਦ ਇਹ ਕਹਿੰਦੇ ਨੇ ਵੀ ਕਹਿੰਦੇ ਰਾਤੀ 200 ਪੈ ਗਿਆ ਵੀ ਉਹਨੇ ਮਤਲਬ ਵੀ ਆਹ ਡਾਲਰ ਵੱਧ ਗਿਆ ਹੈ। ਅੱਛਾ। ਉਹਨਾਂ ਦਾ ਡਾਲਰ ਦੇ ਹਿਸਾਬ ਬਣਿਆ ਤੇ ਸਾਡਾ ਤਾਂ ਉੱਤੇ ਹੀ ਖਾਇਆ ਹਾਲੀ ਦਾ। ਸਾਡੇ ਵਾਸਤੇ ਡਾਲਰ ਕਿਹੜਾ ਮਹਿੰਗਾ ਹੋਇਆ ਜਾਂ ਸਸਤਾ? ਸਾਡੇ ਵਾਸਤੇ ਜੇ ਸਸਤਾ ਹੋਵੇ ਤਾਂ ਫਾਇਦਾ ਸਾਨੂੰ ਜ਼ਿਮੀਂਦਾਰ ਨੂੰ। ਇਹ ਮੁੰਜੀ ਦਾ ਜਿਹੜਾ ਰੇਟ ਕਿੰਨੇ ਸਾਲ ਤੋਂ ਇੱਥੇ ਚੱਲਦਾ ਪਿਆ ਹੈ? ਇਹ ਤਾਂ ਇਸੇ ਸਾਲ ਦੀ ਹੈ ਨਾ, ਅੱਗੇ ਨਹੀਂ ਅੱਗੇ ਬਾਅਦ ਆਇਆ। ਮਤਲਬ ਅੱਜ ਤੋਂ ਕਿੰਨੇ ਸਾਲ ਪਹਿਲੇ ਬਾਅਦ ਹੈਗਾ? ਪਿਛਲੇ ਸਾਲ ਜ਼ਿਆਦਾ 1200 ਰੇਟ ਆਇਆ ਤੇ ਇਸ ਵਾਰੀ ਘਟ ਗਿਆ? ਇਸ ਵਾਰੀ ਘਟ ਮਤਲਬ ਵੀ ਪਿਛਲੀ ਵਾਰੀ ਖਾਦ ਵੀ ਸਸਤੀ ਆਈ ਤੇ ਰੇਟ ਵੀ ਜ਼ਿਆਦਾ ਆਇਆ ਇਸ ਅੱਜ ਨਾਲੋਂ। ਅੱਛਾ। ਤੇ ਐਤਕੀ ਕਿਹੜਾ ਇਹਨਾਂ ਦਾਣਿਆਂ ਦਾ ਰੇਟ ਘਟ ਹੈ ਤੇ ਖਾਦ ਦਾ ਰੇਟ ਜ਼ਿਆਦਾ ਹੈ। ਖਾਦ ਦਾ ਰੇਟ ਜ਼ਿਆਦਾ। ਤੇ ਜ਼ਰਾਈ ਹਾਲਾਤ ਦੇ ਬਾਰੇ ਕੀ ਕਹਿਣਾ ਚਾਹੋਗੇ, ਖਾਸ ਕਰਕੇ ਟਰੈਕਟਰਾਂ ਦੀ ਕੀਮਤਾਂ ਤੇ ਜ਼ਰਾਈ ਹਾਲਾਤ? ਪਿਛਲੇ ਸਾਲ ਦੀ ਹੈਗੀ ਆਈ 15 ਲੱਖ ਰੁਪਈਆ ਆਈ, 15.5 ਚ 16 ਆਈ ਤੇ ਐਤਕੀ ਹੁਣ 17 17.5 ਰੇਟ ਹੋਇਆ ਖਾਦ ਦਾ ਟਰੈਕਟਰ ਦਾ। ਅੱਛਾ। ਨੁਕਸਾਨ ਹੈ ਜਿਹੜਾ ਜ਼ਿਮੀਂਦਾਰ ਖਰੀਦਦਾ ਹੈ, ਆਪਣੇ ਜ਼ਿਮੀਂਦਾਰ ਦੀ ਮਜਬੂਰੀ ਹੈ। ਟਰੈਕਟਰ ਤੋਂ ਬਗੈਰ ਵਾਹੀ ਕੋਈ ਨਹੀਂ ਹੈਗੀ। ਇਹ ਕਿਹੜਾ ਖਰੀਦੇਗਾ, ਉਹ ਕਿਹੜਾ 16-17 ਲੱਖ ਲਾ ਤੇ ਲਿਆਵੇਗਾ। ਤੇ ਹੁਣ ਤੁਸੀਂ ਕੀ ਹਕੂਮਤ ਨੂੰ ਰਿਕੁਐਸਟ ਕਰਨਾ ਚਾਹੁੰਦੇ ਹੋ ਵੀ ਕਣਕ ਆਉਂਦੀ ਪਈ ਹੈ, ਕਣਕ ਤੇ ਵੀ ਫਿਰ ਬੀਜ ਦਾ ਰੇਟ ਜਿਹੜਾ ਹੈ ਬੀਜ ਮਹਿੰਗਾ ਮਿਲੇਗਾ, ਖਾਦ ਮਹਿੰਗੀ ਮਿਲੇਗੀ ਤੇ ਕੋਈ ਅਸਰ ਪਵੇਗਾ?
ਬਿਲਕੁਲ ਪਵੇਗਾ। ਜੇ ਸਰ ਸਾਡੇ ਅਸੀਂ ਜ਼ਮੀਨ ਅਸੀਂ ਕਣਕ ਵੇਚੀ ਹੈ ਜੀ 1800 ਰੁਪਏ ਨੂੰ, ਹੁਣ ਅਸੀਂ ਉਹੀਓ ਬੀਜ ਖਰੀਦਾਂਗੇ, ਉਹੀਓ ਸਾਡੀ ਕਣਕ ਤਿਆਰ ਉਕਾਰ ਤੇ ਬੀਜ ਬਣਾ ਤੇ ਦੇ ਦੇਣ, ਉਹੀਓ ਸਾਨੂੰ 3500 ਤੋਂ ਲੱਗ ਤੇ 4000 ਤੱਕ ਸਾਨੂੰ ਬੀਜ ਦਾ ਇੱਕ ਤੋੜਾ ਮਿਲੇਗਾ। ਸਹੀ ਹੋ ਗਿਆ। ਤੇ ਹਕੂਮਤ ਨੂੰ ਅਪੀਲ ਕੀ ਕਰਨਾ ਚਾਹੋਗੇ ਵੀ ਮਿਹਰਬਾਨੀ ਕਰੋ ਸਾਡੇ ਤੇ? ਅਸੀਂ ਤੇ ਆਨੇ ਮਿਹਰਬਾਨੀ ਕਰਨ ਨਾਲ ਕਰੇ ਵੀ ਅੰਦਰ ਕੇ ਬੀਜ ਦਾ ਰੇਟ ਉਹ ਘੱਟ ਹੋਵੇ, ਖਾਦ ਦਾ ਰੇਟ ਘੱਟ ਹੋਵੇ, ਡੀਜ਼ਲ ਦਾ ਰੇਟ ਘੱਟ ਹੋਵੇ। ਡੀਜ਼ਲ ਦਾ ਖਾਸ ਕਰਕੇ ਜ਼ਿਮੀਂਦਾਰ ਵਾਸਤੇ ਕਿਹੜੇ ਹਨ ਕਾਰੋਬਾਰੀ ਹਨ ਉਹਨਾਂ ਵਾਸਤੇ ਤਾਂ ਕੋਈ ਨਹੀਂ ਹੁੰਦਾ, ਉਹਨਾਂ ਨੂੰ ਅਗਾ ਫਾਇਦਾ ਹੋ ਜਾਂਦਾ ਹੈ। ਇਹ ਸਾਡੀ ਫਸਲ ਦਾ ਉੱਥੇ ਰੁਕੀ ਖੜੀ ਤੇ ਡੀਜ਼ਲ ਤੇ ਖਾਦਾਂ ਇਹ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ। ਆ ਜਿਹੜਾ ਕਿਸਾਨ ਕਾਰਡ ਤੁਹਾਨੂੰ ਮਿਲਿਆ ਕੋਈ ਨਹੀਂ, ਜਿਹੜੀ ਸਬਸਿਡੀ ਵਾਲਾ ਮਾਮਲਾ, ਸਾਨੂੰ ਕੋਈ ਨਹੀਂ ਮਿਲਾ। ਹੁਣ ਫਿਰ ਉਹ ਡੀਏਪੀ ਦਾ ਕੀ ਬਣੇਗਾ ਤੁਹਾਡਾ? ਇਹ ਵੀ ਤਾਂ ਹੁਣ ਪਤਾ ਲੱਗ ਜਾ, ਅਸੀਂ ਖਰੀਦਾਂਗੇ ਤਾਂ ਪਤਾ ਲੱਗੇਗਾ। ਤੋ ਮਤਲਬ ਸਬਸਿਡੀ ਤਾਂ ਫਿਰ ਤੁਹਾਨੂੰ ਨਹੀਂ ਮਿਲਣੀ ਜੇ ਤੁਹਾਡਾ ਕਾਰਡ ਨਹੀਂ ਤਾਂ? ਹੁਣ ਪਤਾ ਨਹੀਂ ਹੁੰਦਾ, ਉਹਦੀ ਵਜ੍ਹਾ ਨਾਲ ਢੀਣੇ ਤੋਂ ਸਾਡਾ ਹੈ ਨਹੀਂ ਪਤਾ ਨਹੀਂ, ਸਾਨੂੰ ਤਾਂ ਮੁੜੋ ਇਸ ਗੱਲ ਦਾ ਨੁਕਸਾਨ ਹੋ ਗਿਆ। ਨੁਕਸਾਨ ਹੀ ਹੈ। ਦੋਸਤੋ, ਜਿਸ ਤਰੀਕੇ ਹੱਕ ਨਵਾਜ਼ ਭਾਈ ਦੱਸਿਆ ਹੈ ਵੀ ਪਾਕਿਸਤਾਨ ਦੇ ਵਿੱਚ ਕਿਸਾਨ ਦੀ ਜਿਹੜੀ ਫਸਲ ਹੈ ਇਹਦਾ ਜਿਹੜਾ ਰੇਟ ਹੈ ਉਹ ਚੱਲਦਾ ਪਿਆ ਰੁਪਈਏ ਨਾਲ। ਤੇ ਜਦੋਂ ਅਸੀਂ ਤਾਜਰ ਕੋਲ ਜਾਂਦੇ ਹਾਂ, ਸਾਰੇ ਕਿਸਾਨ ਜਾਂਦੇ ਨੇ ਖਾਦ ਲੈਣ ਜਾਂਦੇ ਨੇ ਜਾਂ ਤੇਲ ਜਾਂ ਕੋਈ ਚੀਜ਼ ਵੀ, ਉਹ ਡਾਲਰ ਦੇ ਹਿਸਾਬ ਨਾਲ ਦੱਸ ਦਿੰਦਾ ਹੈ। ਨਾਲ ਜਨਾਬ ਕਹਿੰਦਾ ਹੈ ਮਹਿੰਗਾਈ ਹੋ ਗਈ ਹੈ, ਨਾਲ ਚਾਰ ਗੱਲਾਂ ਸੁਣਾਉਂਦਾ ਹਕੂਮਤ ਨੂੰ, ਤੇ ਨਾਲ ਹੀ ਜਨਾਬ ਨਾ ਰੇਟ ਵਧਾ ਦਿੰਦਾ ਤਾਂ ਜ਼ਮੀਂਦਾਰ ਕੋਲ ਉਸ ਪੈਸੇ ਇਜ਼ਾਫੀ ਵਸੂਲ ਕਰਦਾ ਹੈ। ਤਾਜਰ ਦੇ ਕਾਰੋਬਾਰ ਨੂੰ ਜ਼ਰਾ ਨੁਕਸਾਨ ਨਹੀਂ, ਜਿੰਨਾ ਵੀ ਨੁਕਸਾਨ ਹੈ ਉਹ ਕਿਸਾਨ ਨੂੰ ਹੀ ਨੁਕਸਾਨ ਹੈ, ਉਹ ਜ਼ਮੀਂਦਾਰ ਨੂੰ ਹੀ ਨੁਕਸਾਨ ਹੈ। ਅਗਰ ਟਰੈਕਟਰ ਵਾਲੇ ਕੀਮਤਾਂ ਵੱਧ ਜਾਂਦੀਆਂ ਤਾਂ ਫੌਰੀ ਵਧਾ ਦਿੰਦੇ ਨੇ, ਖਾਦ ਵਾਲੇ ਖਾਦ ਵਧਾ ਦਿੰਦੇ ਨੇ, ਅਗਰ ਜ਼ਰਈ ਹਾਲਾਤ ਹੈਗੇ ਨੇ ਉਹ ਆਪਣੇ ਹਾਲਾਤ ਵਧਾ ਦਿੰਦੇ ਨੇ। ਇਸੇ ਤਰੀਕੇ ਅਗਰ ਤੁਸੀਂ ਬਾਜ਼ਾਰ ਵਿੱਚੋਂ ਲੈਣ ਚਲਦੇ ਜੇ ਆਮ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਖਾਸ ਕਰਕੇ ਚੀਨੀ ਘੀ ਦਾ ਮਾਮਲਾ ਆਵਾਮ ਕਹਿੰਦੀ ਹੈ ਵੀ ਮਹਿੰਗੀ ਹੋ ਗਈ ਹੈ, ਆਟਾ ਮਹਿੰਗਾ ਹੋ ਗਿਆ, ਕੋਈ ਚੀਜ਼ ਵੀ ਲੈਣ ਜਾਂਦੇ ਜੇ ਦੁਕਾਨਦਾਰ ਨਾਲ ਦਾ ਹਕੂਮਤ ਨੂੰ ਬੁਰਾ ਭਲਾ ਆਖਣਗੇ ਤੇ ਨਾਲ ਹੀ ਜਨਾਬ ਨਾ ਮਜ਼ੀਦ ਉਹ ਚੀਜ਼ਾਂ ਮਹਿੰਗੀਆਂ ਦੇਵਣਗੇ ਆਵਾਮ ਨੂੰ। ਤੇ ਸਮਝ ਨਹੀਂ ਆਉਂਦੀ ਵੀ ਲੈਕਚਰ ਵੀ ਦਿੰਦੇ ਨੇ ਤੇ ਕੀਮਤਾਂ ਵੀ ਵਧਾਉਂਦੇ ਨੇ, ਤੇ ਹਕੂਮਤ ਜਿਹੜੀ ਹੈ ਬਿਲਕੁਲ ਜਨਾਬ ਨਾਕਾਮ ਹੈ ਇਸ ਪੋਲਿਸੀ ਤੇ। ਕਿਸਾਨ ਦੁਸ਼ਮਣ ਹੈ ਤੇ ਪਾਕਿਸਤਾਨ ਵਿੱਚ ਜਿਹੜੇ ਕਿਸਾਨ ਹੈਗਾ ਮਾਇਸ਼ਤ ਰੀੜ੍ਹ ਦੀ ਹੱਡੀ, ਇਹ ਬਿਲਕੁਲ ਜੀ ਤੋੜਨ ਨੂੰ ਲੱਗੀ ਹੋਈ ਹੈ। ਤੇ ਦੋਸਤੋ 80-70 ਮਸ਼ੀਨ ਤੁਹਾਡੇ ਸਾਹਮਣੇ ਤੇ ਹਾਈਬ੍ਰਿਡ ਮੁੰਜੀ ਦੀ ਟੈਂਕੀ ਫੁੱਲ, ਤੇ ਇਹ ਟੈਂਕੀ ਜਨਾਬ ਉਤਾਰਨ ਲੱਗੇ ਆ ਤੇ ਤੁਹਾਨੂੰ ਵਿਖਾਣੇ ਆ। ਇਹ ਜੀ ਸਿੱਧੀ ਗਈ ਟਰਾਲੇ ਦੇ ਵਿੱਚ, ਫਿਰ ਤੁਹਾਨੂੰ ਇਸ ਦੇ ਮੁੰਜੀ ਚੈੱਕ ਕਰਵਾਣੇ ਵੀ ਕਿਸ ਤਰ੍ਹਾਂ ਦਾ ਰਿਜ਼ਲਟ ਨਿਕਲਦਾ ਪਿਆ ਹੈ। ਦੋਸਤੋ, ਹਕੂਮਤ ਨੂੰ ਚਾਹੀਦਾ ਵੀ ਸਾਡੇ ਤੇ ਰਹਿਮ ਕਰੇ। ਜੇ ਰਹਿਮ ਕਰੇਗੀ ਤੇ ਕਿਸਾਨ ਉੱਪਰ ਜਾਵੇਗਾ, ਵਰਨਾ ਜਨਾਬ ਫਿਰ ਨੁਕਸਾਨ ਹੀ ਨੁਕਸਾਨ ਹੈ। ਤੇ ਬਾਸ ਦੋਸਤ ਹੁਣ ਜਨਾਬ ਕਹਿੰਦੇ ਪਏ ਨੇ ਵੀ ਜਿਹੜੀ ਕਣਕ ਹੈ ਗੰਦਮ ਹੈ ਉਹ ਘੱਟ ਤੋਂ ਘੱਟ ਬੀਜੀਏ ਤੇ ਰਾਇਆ ਬੀਜੀਏ। ਜੀ ਅਗਰ ਮਜ਼ੀਦ ਦੋਸਤਾਂ ਨੇ ਕਣਕ ਨੂੰ ਬੀਜਣਾ ਘੱਟ ਕਰ ਦਿੱਤਾ ਤੇ ਫਿਰ ਜਿਹੜਾ ਰਾਇਆ ਹੈ ਉਹਦੀ ਪੈਦਾਵਾਰ ਜ਼ਿਆਦਾ ਹੋ ਜਾਵੇਗੀ ਤੇ ਪਾਕਿਸਤਾਨ ਦੇ ਵਿੱਚ ਖੁਦਾ ਨਾ ਖਾਸਤਾ ਫਿਰ ਆਟੇ ਦੀ ਸ਼ਾਰਟੇਜ ਹੋਵੇਗੀ। ਤੇ ਫਿਰ ਜਨਾਬ ਆਪਣੇ ਕਿਸਾਨ ਨੂੰ 3000 ਇਹਨਾਂ ਨਹੀਂ ਦੇਣਾ ਤੇ ਬਾਹਰ ਦੇ ਕਿਸਾਨਾਂ ਨੂੰ ਦੇਵਣਗੇ। ਬਾਹਰੋਂ 3000-3500 ਦੇ 40 ਕਿਲੋ ਖਰੀਦਣਗੇ ਕਣਕ, ਫਿਰ ਉਸ ਦੇ ਉੱਪਰ ਸਬਸਿਡੀ ਦੇਵਣਗੇ ਤੇ ਆਪਣੇ ਕਿਸਾਨ ਨੂੰ ਦੇਵਣ ਲੱਗਿਆ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ। ਤੇ ਜਿਹੜੇ ਸਾਡੇ MN MPA ਜਿੰਨੇ ਵੀ ਕਿਸ ਹਲਕੇ ਦੇ ਵੀ ਹੈਗੇ ਨੇ ਉਹਨਾਂ ਦਾ ਜ਼ਿਆਦਾਤਰ ਤਲਕ ਜਿਹੜਾ ਹੈ ਉਹ ਪਿੰਡ ਥਾਵਾਂ ਨਾਲ ਹੈ। ਤੇ ਖੁਦਾ ਦੇ ਬੰਦਿਓ, ਜਦੋਂ ਤੁਸੀਂ ਅਸੈਂਬਲੀ ਜਾਂਦੇ ਜੇ ਇਹ ਖਾਦ ਦੇ ਬਾਰੇ, ਟਰੈਕਟਰਾਂ ਦੀ ਕੀਮਤਾਂ ਦੇ ਬਾਰੇ, ਇਹਦੇ ਬਾਰੇ ਥੋੜ੍ਹੀ ਜਿਹੀ ਆਵਾਜ਼ ਉਠਾਇਆ ਕਰੋ। ਇਹ ਕਿਉਂ ਉੱਥੇ ਜਾ ਕੇ ਭੁੱਲ ਜਾਂਦੇ ਜੇ? ਤੇ ਜਦੋਂ ਫਿਰ ਇਲੈਕਸ਼ਨ ਕਰੀਬ ਹੁੰਦੇ ਨੇ ਫਿਰ ਤੁਸੀਂ ਸਾਰਿਆਂ ਨੂੰ ਜੱਫੇ ਪਾ ਕੇ ਮਿਲਦੇ ਹੋ ਤੇ ਕਹਿੰਦੇ ਹੋ ਜਨਾਬ ਅਸੀਂ ਤੁਹਾਡੇ ਭਰਾ ਤੁਹਾਡੀਆਂ ਆਵਾਜ਼ਾਂ ਪਹੁੰਚਾਵਾਂਗੇ, ਤੇ ਲੇਕਿਨ ਇੱਕ ਮਸਲਾ ਵੀ ਤੁਸੀਂ ਉੱਥੇ ਸਾਡਾ ਕੋਈ ਨਹੀਂ ਕਦੀ ਪਹੁੰਚਾਇਆ। ਤੇ ਉਮੀਦ ਅਗਰ ਕੋਈ MN MPA ਮੇਰੀ ਇਹ ਵੀਡੀਓ ਵੇਖ ਲਵੇ ਜਾਂ ਉਸ ਨੂੰ ਪਤਾ ਚੱਲੇ ਤਾਂ ਲਾਜ਼ਮੀ ਜਾ ਕੇ ਖਾਦ ਦੇ ਬਾਰੇ, ਬੀਜ ਦੇ ਬਾਰੇ ਤੇ ਖਾਸ ਕਰਕੇ ਟਰੈਕਟਰਾਂ ਦੀ ਕੀਮਤਾਂ ਜਿਹੜੀਆਂ ਹਰ 2-3 ਮਹੀਨੇ ਬਾਅਦ ਵੱਧ ਜਾਂਦੀਆਂ ਨੇ ਉਹਨਾਂ ਦੇ ਬਾਰੇ ਜਨਾਬ ਆਵਾਜ਼ ਉਠਾਵੇ ਤੇ ਕਿਸਾਨ ਨੂੰ ਟਰੈਕਟਰ, ਖਾਦ ਸਪਰੇ ਹਰ ਚੀਜ਼ ਜਿਹੜੀ ਹੈ ਮੌਕੇ ਤੇ ਮਿਲੇ ਤੇ ਆਸਾਨੀ ਨਾਲ ਮਿਲੇ। ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਦੀ ਇਜਾਜ਼ਤ ਚਾਹਨਾ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।